कि +2 ਤੋਂ ਬਾਅਦ ਤੁਹਾਡਾ ਗੈਪ ਹੈ ਸਿਰਫ 3 ਤੋਂ 4 ਸਾਲ ਹੀ ਚੱਲ ਸਕਦਾ। ਹੁਣ ਉਹ ਸੋਚਦੇ ਨੇ ਕਿ ਕੈਨੇਡਾ ਜਾਣ ਦਾ ਡ੍ਰੀਮ ਤਾਂ ਸਾਡਾ ਪੂਰਾ ਹੋ ਨਹੀਂ ਸਕਦਾ। ਤੁਸੀਂ ਸਾਡੇ ਕੋਲ ਅਪਲਾਈ ਕਰਦੇ ਹੋ, ਮੈਨੂੰ ਤਾਂ ਹੀ ਫਾਇਦਾ ਹੋਊਗਾ ਜੇ ਤੁਹਾਡਾ ਵੀਜ਼ਾ ਆਊਗਾ। ਉਹ ਭਾਈ 25 ਲੱਖ ਲਿੱਤਾ ਸਟੂਡੈਂਟ ਤੋਂ, ਘੱਟੋ ਘੱਟ ਕਾਲਜ ਤਾਂ ਇਦਾਂ ਦਾ ਦੇ ਦਿਓ ਵੀ ਵਰਕ ਪਰਮਿਟ ਹੋਵੇ ਜਿੱਥੇ। ਕੋਈ ਵੀ ਏਜੰਟ ਤੁਹਾਨੂੰ GCK ਅਕਾਊਂਟ ਦੀ ਡਿਟੇਲ ਨਹੀਂ ਦੇਊਗਾ। ਅਸੀਂ GCK ਅਕਾਊਂਟ ਦੀ ਡਿਟੇਲ ਵੀ ਦਿੱਤੀ ਹੈ ਸਟੂਡੈਂਟਸ ਨੂੰ। ਇੱਥੇ ਤਾਂ ਦੇਖੋ ਹੁਣ ਆਪਾਂ ਰੋਟੀ ਨੂੰ ਚੋਚੀ ਨਹੀਂ ਨਾ ਕਹਿੰਦੇ, ਆਪਾਂ ਬੜੇ ਹੋ ਗਏ। ਕਈ ਏਜੰਟ ਇਹ ਵੀ ਪ੍ਰਮੋਟ ਕਰ ਰਹੇ ਨੇ ਕਿ 2.5 ਲੱਖ 'ਚ ਜਾਓ ਕੈਨੇਡਾ, 3 ਲੱਖ 'ਚ ਜਾਓ, 4 ਲੱਖ 'ਚ ਜਾਓ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ ਸਭ ਦਾ ਅੱਜ ਦੀ ਇਸ ਖਾਸ ਵੀਡੀਓ ਦੇ ਵਿੱਚ। ਤੇ ਅੱਜ ਦੀ ਇਸ ਵੀਡੀਓ ਦੇ ਵਿੱਚ, ਅੱਜ ਦੇ ਇਸ ਸ਼ੋਅ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਹਾਜ਼ਰ ਹੋਇਆ ਜੀ ਇੱਕ ਵਾਰ ਫਿਰ ਤੋਂ ਤੁਹਾਨੂੰ ਇਨਫੋਰਮੇਸ਼ਨ ਦੇਣ ਦੇ ਲਈ। ਟਾਈਟਲ ਤੋਂ ਤੁਸੀਂ ਸਮਝ ਲਿਆ ਹੋਵੇਗਾ ਕਿਉਂਕਿ ਗੱਲ ਸਟੂਡੈਂਟ ਦੀ ਹੋਏਗੀ। ਇਸ ਸ਼ੋਅ ਦੇ ਵਿੱਚ ਹਮੇਸ਼ਾ ਅਸੀਂ ਸਟੂਡੈਂਟਸ ਦੀ ਗੱਲ ਕਰਦੇ ਹਾਂ, ਉਹਨਾਂ ਦੇ ਸਵਾਲਾਂ ਜਿਹੜੇ ਹੈਗੇ ਨੇ ਉਹ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਉਹਨਾਂ ਦੇ ਸਵਾਲਾਂ ਦੇ ਜਵਾਬ ਸਾਨੂੰ ਲੱਭ ਸਕਣ। ਜਿਨ੍ਹਾਂ ਨੇ ਐਬਰੋਡ ਜਾਣਾ ਹੈਗਾ ਆ, ਬਹੁਤ ਕਨਫਿਊਜ਼ਨ, ਬਹੁਤ ਸਾਰੇ ਡਾਊਟਸ, ਬਾਹਰ ਤਾਂ ਅਸੀਂ ਜਾਣਾ ਹੈਗਾ ਪਰ ਇਹ ਡ੍ਰੀਮ ਨੂੰ ਪੂਰਾ ਕਿੱਦਾਂ ਕਰਨਾ ਹੈ, ਇਹਦੇ ਵਿੱਚ ਸਾਡੀ ਹੈਲਪ ਕੌਣ ਕਰੇਗਾ। ਅੱਜ ਦੇ ਟਾਈਮ ਦੇ ਵਿੱਚ ਅਸੀਂ ਗੱਲ ਕਰੀਏ ਮਾਰਕੀਟ ਦੇ ਵਿੱਚ ਏਜੰਟਸ ਜਾਂ ਫਿਰ ਕੰਸਲਟੈਂਟਸ ਬਹੁਤ ਜ਼ਿਆਦਾ ਨੇ, ਬਹੁਤ ਸਾਰੀ ਕੰਪਨੀਆਂ ਖੁੱਲੀਆਂ ਹੋਈਆਂ ਨੇ। ਸੋ ਬੱਚੇ ਇਹ ਵੀ ਕਨਫਿਊਜ਼ ਨੇ ਕਿ ਇਹਨਾਂ ਦੇ ਵਿੱਚੋਂ ਚੂਜ਼ ਕਿਸ ਨੂੰ ਕਰੀਏ ਅਸੀਂ। ਸੋ ਕਿਹੜੀਆਂ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ, ਕਿਹੜੀ ਕੰਪਨੀ ਤੁਹਾਨੂੰ ਕੀ ਫੈਸਿਲਿਟੀਜ਼ ਦੇਏਗੀ, ਜਾਂ ਕਿੱਦਾਂ ਦੇ ਸਟੂਡੈਂਟਸ ਦੇ ਵੀਜ਼ੇ ਆ ਸਕਦੇ ਨੇ। ਸੋ ਇਹੀ ਸਾਰੇ ਸਵਾਲਾਂ ਦੇ ਜਵਾਬ ਅੱਜ ਇਸ ਸ਼ੋਅ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕਰਾਂਗੇ। ਤੇ ਅੱਜ ਸਪੈਸ਼ਲੀ ਇਨਵਾਈਟ ਕੀਤਾ ਗਿਆ ਹੈ ਜੀ ਆਈ ਵੀਜ਼ਾ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਮਿਸਟਰ ਸੁਖਵਿੰਦਰ ਜੀ ਨੂੰ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ, ਵੈਲਕਮ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰੀਤ ਜੀ। ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜਿਵੇਂ ਮੈਂ ਸ਼ੁਰੂਆਤ ਕੀਤੀ, ਅੱਜ ਦੇ ਟਾਈਮ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਏਜੰਟ, ਬਹੁਤ ਸਾਰੀ ਕੰਸਲਟੈਂਟ, ਇੰਨੀ ਕੰਪਨੀਆਂ ਹੋ ਚੁੱਕੀਆਂ ਨੇ। ਹਰ ਕੰਪਨੀ ਵੱਲੋਂ ਬਹੁਤ ਸਾਰੇ ਦਾਅਵੇ ਵਾਅਦੇ ਵੀ ਕੀਤੇ ਜਾਂਦੇ ਨੇ ਤੇ ਬੱਚਾ ਇੰਨਾ ਕਨਫਿਊਜ਼ ਹੈਗਾ ਕਿ ਅਸੀਂ ਹੁਣ ਚੂਜ਼ ਕਿਸ ਨੂੰ ਕਹੀਏ। ਇਹ ਵੀ ਕਹਿ ਰਹੇ ਬੈਸਟ ਹੈ, ਇਹ ਵੀ ਕਹਿ ਰਹੇ ਬੈਸਟ ਹੈ। ਸੋ ਹੁਣ ਮੈਂ ਤੁਹਾਡੀ ਕੰਪਨੀ ਬਾਰੇ ਪਹਿਲਾਂ ਤਾਂ ਜਾਣਨਾ ਚਾਹਾਂਗੀ ਕਿ ਇੱਦਾਂ ਦੀਆਂ ਕਿਹੜੀਆਂ ਖਾਸ ਫੈਸਿਲਿਟੀਜ਼ ਦਿੱਤੀਆਂ ਜਾ ਰਹੀਆਂ ਨੇ, ਇੱਦਾਂ ਦਾ ਕੀ ਬਾਕੀ ਕੰਪਨੀਆਂ ਨਾਲੋਂ ਅਲੱਗ ਫੈਸਿਲਿਟੀਜ਼ ਦੇ ਰਹੇ ਹੋ ਬੱਚਿਆਂ ਨੂੰ, ਤਾਂ ਕਿ ਬੱਚਾ ਬਾਕੀ ਸਾਰੀ ਕੰਪਨੀਆਂ ਨੂੰ ਛੱਡ ਕੇ ਆਈ ਵੀਜ਼ਾ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਜਿਹੜਾ ਹੈਗਾ ਉਹ ਚੂਜ਼ ਕਰੇ। ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਟੂਡੈਂਟਸ ਤੇ ਜਿੰਨੇ ਵੀ ਉਹਨਾਂ ਦੇ ਪੇਰੈਂਟਸ ਸ਼ੋਅ ਦੇਖ ਰਹੇ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਆਈ ਵੀਜ਼ਾ ਇਮੀਗ੍ਰੇਸ਼ਨ ਇੱਕ ਐਦਾਂ ਦੀ ਕੰਪਨੀ ਹੈ ਜੋ ਕਿ ਜੇ ਤੁਹਾਡਾ ਕੇਸ ਰਿਫਿਊਜ਼ ਹੋ ਗਿਆ ਤਾਂ ਵੀ ਤੁਹਾਨੂੰ ਅਸੈਪਟ ਕਰਦੀ ਹੈ। ਚਾਹੇ ਤੁਸੀਂ 1 ਵਾਰ ਰਿਫਿਊਜ਼ ਹੋ, 2 ਵਾਰ ਹੋ, 3 ਵਾਰ ਰਿਫਿਊਜ਼ ਹੋ, ਤਾਂ ਵੀ ਤੁਹਾਡਾ ਕੇਸ ਹੈ ਜਿਹੜਾ ਉਹ ਅਸੈਪਟ ਕਰਦੀ ਹੈ। ਪੈਸੇ ਸਾਰੇ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਹਾਂ, ਤੁਹਾਡਾ ਕੋਈ ਵੀ ਪੈਸਾ ਖਰਾਬ ਨਹੀਂ ਕਰਦੇ। ਉਸ ਤੋਂ ਬਾਅਦ ਜੇ ਤੁਸੀਂ ਸਟੈਪ ਬਾਏ ਸਟੈਪ ਆਪਣਾ ਪ੍ਰੋਸੈਸ ਚਲਾਉਣਾ ਚਾਹੁੰਦੇ ਹੋ, ਤੁਹਾਡੇ ਕੋਲ ਕੋਈ ਆਪਸ਼ਨ ਹੈਗੀ ਹੈ ਕਿ ਮੈਂ ਤਾਂ ਸਿਰਫ ਇਸੇ ਕਾਲਜ ਦੇ ਵਿੱਚ ਜਾਣਾ ਹੈ, ਉਸ ਕਾਲਜ ਦੇ ਵਿੱਚ ਵੀ ਅਸੀਂ ਜਿਹੜਾ ਤੁਹਾਡਾ ਕੇਸ ਹੈ ਪ੍ਰੋਸੈਸ ਕਰਦੇ ਹਾਂ। ਤੁਹਾਡਾ ਸਟੱਡੀ ਗੈਪ ਹੈ, ਚਾਹੇ ਉਹ 2 ਸਾਲ ਦਾ ਹੈ, 3 ਸਾਲ ਦਾ ਹੈ, 4 ਸਾਲ ਦਾ ਹੈ, ਚਾਹੇ ਤੁਸੀਂ ਆਪਣੇ ਪੁਰਾਣੇ ਕੇਸ ਦੇ ਵਿੱਚ ਉਹ ਮੈਂਸ਼ਨ ਕੀਤਾ ਜਾਂ ਨਹੀਂ ਕੀਤਾ, ਤੁਸੀਂ ਪੁਰਾਣੀ ਰਿਫਿਊਜ਼ਲ ਦੇ ਵਿੱਚ ਆਪਣਾ ਜਿਹੜਾ ਗੈਪ ਹੈ ਉਹ ਦੱਸਿਆ ਸੀ ਜਾਂ ਨਹੀਂ ਦੱਸਿਆ ਸੀ, ਤਾਂ ਵੀ ਅਸੀਂ ਤੁਹਾਡਾ ਜਿਹੜਾ ਕੇਸ ਹੈ ਉਹ ਅਸੈਪਟ ਕਰਦੇ ਹਾਂ। ਆਈ ਵੀਜ਼ਾ ਇਮੀਗ੍ਰੇਸ਼ਨ ਤੁਹਾਨੂੰ ਸ਼ਿਓਰਿਟੀ ਨਹੀਂ ਦਿੰਦਾ, ਬਟ ਇਸ ਚੀਜ਼ ਦੀ ਸ਼ਿਓਰਿਟੀ ਦਿੰਦਾ ਕਿ ਤੁਹਾਡੀ ਫਾਈਲ ਤੇ ਪ੍ਰੋਪਰ ਕੰਮ ਕੀਤਾ ਜਾਊਗਾ। ਜਿਹੜੀ ਮੇਰੀ ਐਕਸਪਰਟਿਜ਼ ਨੇ, ਤੁਸੀਂ ਮੇਰਾ YouTube ਚੈਨਲ ਦੇਖ ਲਓ, ਤੁਸੀਂ ਮੇਰਾ Facebook ਦੇਖ ਲਓ, ਤੁਸੀਂ ਮੇਰਾ Instagram ਦੇਖ ਲਓ, ਤੁਹਾਨੂੰ ਕਿਤੇ ਵੀ ਕਿਸੇ ਵੀ ਇੱਕ ਸਿੰਗਲ ਸਟੂਡੈਂਟ ਦਾ ਜਾਂ ਉਹਨਾਂ ਦੇ ਪੇਰੈਂਟਸ ਦਾ ਇਹ ਮੈਸੇਜ ਨਹੀਂ ਆਊਗਾ ਕਿ ਇਹਨਾਂ ਨੇ ਮੇਰੇ ਪੈਸੇ ਖਰਾਬ ਕਰਤੇ। ਮੇਰੇ YouTube ਚੈਨਲ ਤੇ 500 ਤੋਂ ਉੱਤੇ ਕਮੈਂਟ ਹੁੰਦਾ, ਪਰ ਇੱਕ ਵੀ ਕਮੈਂਟ ਤੁਹਾਨੂੰ ਇਹ ਨਹੀਂ ਦਿਖੂਗਾ ਕਿ ਇਸ ਕੰਪਨੀ ਨੇ ਮੇਰੇ ਪੈਸੇ ਖਰਾਬ ਕਰਤੇ ਜਾਂ ਮੈਂ ਇੱਥੇ ਵੀਜ਼ਾ ਲਗਾਇਆ ਸੀ, ਇਹਨਾਂ ਨੇ ਮੇਰੀ ਫਾਈਲ ਤੇ ਕੰਮ ਨਹੀਂ ਕੀਤਾ। ਵੀਜ਼ਾ ਆਉਣਾ ਨਹੀਂ ਆਉਣਾ ਇਸ ਚੀਜ਼ ਦੀ ਸ਼ੋਰਿਟੀ ਅਸੀਂ ਨਹੀਂ ਦੇਖ ਸਕਦੇ, ਬਟ ਤੁਹਾਡੀ ਫਾਈਲ ਤੇ ਪ੍ਰੋਪਰ ਕੰਮ ਹੋ ਰਿਹਾ। ਤੁਹਾਡੀ ਫਾਈਲ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੇ ਜੋ ਕਿ ਇੱਕ ਵੀਜ਼ਾ ਆਫਿਸਰ ਵੀਜ਼ਾ ਦੇਣ ਲੱਗੇ ਦੇਖਣਾ ਚਾਹੀਦਾ। ਉਹ ਸਾਰੀਆਂ ਚੀਜ਼ਾਂ ਅਸੀਂ ਧਿਆਨ ਰੱਖਦੇ ਹਾਂ, ਉਹਨਾਂ ਸਾਰੀਆਂ ਚੀਜ਼ਾਂ ਦਾ ਜੋ ਕਿ ਇੱਕ ਵੀਜ਼ਾ ਆਫਿਸਰ ਦੇਖਦਾ ਹੈ ਕਿ ਇਸ ਬੱਚੇ ਨੂੰ ਵੀਜ਼ਾ ਆਪਾਂ ਦੇਣਾ ਹੈ। ਐਲੀਜੀਬਿਲਟੀ ਅਸੀਂ ਪ੍ਰੋਪਰ ਚੈੱਕ ਕਰਦੇ ਹਾਂ। ਤੁਹਾਡਾ ਜੇ ਗੈਪ ਹੈਗਾ, ਗੈਪ ਆਪਾਂ ਪ੍ਰੋਪਰ ਜਸਟੀਫਿਕੇਸ਼ਨ ਉਹਦੀ ਦਿੰਦੇ ਹਾਂ, ਚਾਹੇ ਤੁਸੀਂ ਉਸ ਗੈਪ ਦੇ ਵਿੱਚ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਹੀ ਕਿਉਂ ਨਾ ਦਿੱਤਾ ਹੋਵੇ, ਚਾਹੇ ਤੁਸੀਂ ਉਸ ਗੈਪ ਦੇ ਵਿੱਚ ਕਿਤੇ ਜੌਬ ਕੀਤੀ ਹੈ। ਕੁਝ ਐਗਜ਼ਾਮਪਲ ਮੇਰੇ ਕੋਲ ਇੱਦਾਂ ਦੀਆਂ ਵੀ ਨੇ ਕਿ ਇੱਕ ਸਟੂਡੈਂਟ ਆਇਆ, ਉਹਦੀਆਂ 4 ਰਿਫਿਊਜ਼ਲ ਸੀ, 7 ਬੈਂਡ ਸੀ, ਕੋਈ ਬਹੁਤ ਵੱਡੀ ਕੰਪਨੀ ਤੋਂ ਰਿਫਿਊਜ਼ ਹੋਇਆ ਸੀ। ਉਹਦੀ ਮੈਂ SOP ਦੇਖੀ, SOP ਦੇ ਵਿੱਚ ਉਹਦਾ ਜਿਹੜਾ ਗੈਪ ਸੀਗਾ ਉਹ ਨਹੀਂ ਮੈਂਸ਼ਨ ਕੀਤਾ ਸੀ, ਜਦ ਕਿ ਉਹ ਸਟੂਡੈਂਟ ਕਿਤੇ ਜੌਬ ਕਰ ਰਿਹਾ ਸੀ। ਉਸ SOP 'ਚ ਸਿਰਫ ਇਹ ਲਿਖਿਆ ਕਿ ਆਹ ਫਲਾਣੀ ਕੰਪਨੀ ਜਿਹਦੇ ਵਿੱਚ ਮੈਂ ਜੌਬ ਕਰ ਰਿਹਾ ਸੀ, ਕੋਈ ਵੀ ਸਪੋਰਟਿਵ ਡਾਕੂਮੈਂਟ ਨਹੀਂ ਲਾਇਆ ਹੋਇਆ, ਉਹਦਾ ਐਕਸਪੀਰੀਅੰਸ ਲੈਟਰ ਲੱਗਿਆ ਹੋਇਆ ਸੀ, ਬਸ ਦੈਟਸ ਇਟ।
आई ਵੀਜ਼ਾ ਇਮੀਗ੍ਰੇਸ਼ਨ ਤੁਹਾਡੀ ਫਾਈਲ ਤੇ ਰਿਸਰਚ ਕਰਦਾ ਹੈ, ਤੁਹਾਡੀ ਫਾਈਲ ਦੇ ਉੱਤੇ ਪ੍ਰੋਪਰ ਮਿਹਨਤ ਕਰਦੇ ਆ ਕਿ ਜੇ ਤੁਹਾਡਾ ਗੈਪ ਹੈ ਤਾਂ ਉਹਦੀ ਜਸਟੀਫਿਕੇਸ਼ਨ ਕਿੱਦਾਂ ਦਿੱਤੀ ਜਾ ਸਕਦੀ ਹੈ। ਤੁਸੀਂ ਕਿਤੇ ਕੰਮ ਕਰਦੇ ਸੀ, ਤੁਹਾਡੇ ਕੋਲ ਵੈਲਿਡ ਜੌਬ ਆਫਰ ਲੈਟਰ ਸੀਗਾ ਉਸ ਟਾਈਮ, ਕੀ ਤੁਹਾਡੀ ਸੈਲਰੀ ਅਕਾਊਂਟ 'ਚ ਆਉਂਦੀ ਹੈ? ਜੇ ਅਕਾਊਂਟ 'ਚ ਆਉਂਦੀ ਹੈ ਤਾਂ ਸੈਲਰੀ ਸਟੇਟਮੈਂਟ ਲਗਾਓ, ਤੁਸੀਂ ਆਪਣੀ ਸੈਲਰੀ ਸਲਿੱਪਸ ਲਗਾਓ, ਤੁਸੀਂ ਆਪਣਾ ਐਕਸਪੀਰੀਅੰਸ ਲੈਟਰ ਲਗਾਓ। ਜੇ ਤੁਹਾਨੂੰ 2-3 ਸਾਲ 4 ਸਾਲ ਹੋ ਗਏ, ਤੁਸੀਂ ਜੇ ਉਸ ਜੌਬ ਦੇ ਵਿੱਚ ਪ੍ਰਮੋਸ਼ਨ ਲਿੱਤੀ ਹੈ, ਪ੍ਰਮੋਸ਼ਨ ਲੈਟਰ ਲਗਾਓ। ਤੁਸੀਂ ITR ਭਰੀ ਹੈ, ITR ਲਗਾਓ। ਫਾਰਮ 16 ਹੈ, ਫਾਰਮ 16 ਲਗਾਓ। देयर आर नंबर ऑफ ਡਾਕੂਮੈਂਟਸ ਵਿਚ ਕੈਨ ਸਪੋਰਟ ਯੂਅਰ ਫਾਈਲ। ਹੋਰ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨੇ, ਬਹੁਤ ਸਾਰੀਆਂ ਇੱਦਾਂ ਦੀਆਂ ਐਗਜ਼ਾਮਪਲ ਨੇ। ਹੋ ਸਕਦਾ ਹੈ ਤੁਸੀਂ ਜਦੋਂ ਵੀਜ਼ਾ ਅਪਲਾਈ ਕਰਨ ਆਓ ਜਾਂ ਤੁਸੀਂ ਸਾਡੇ ਨੰਬਰ ਤੇ ਕਾਲ ਕਰੋ, ਉਸ ਕਾਲ ਨੂੰ ਮੈਂ ਨਾ ਪਿਕ ਕਰਾਂ ਜਾਂ ਤੁਹਾਨੂੰ ਮੈਂ ਨਾ ਮਿਲ ਸਕਾਂ, ਬਟ ਇਸ ਚੀਜ਼ ਦੀ ਜ਼ਰੂਰ ਸ਼ੋਰਿਟੀ ਹੈ ਕਿ ਤੁਹਾਡੀ ਫਾਈਲ ਤੇ ਮੈਂ ਜ਼ਰੂਰ ਬੈਠੂੰਗਾ। ਜੋ ਮੇਰੀ ਐਕਸਪਰਟਿਜ਼ ਨੇ ਉਹ ਮੈਂ ਤੁਹਾਡੀ ਫਾਈਲ ਤੇ ਦਿਖਾਊਂਗਾ। ਸੋ ਬਿਲਕੁਲ ਜੀ ਬਿਲकुल, ਕਿਉਂਕਿ ਕਿਤੇ ਨਾ ਕਿਤੇ 100% ਸ਼ੋਰਟੀ ਜਿਹੜੀ ਆ ਉਹ ਦੇਣੀ ਵੀ ਨਹੀਂ ਚਾਹੀਦੀ। ਕਈ ਏਜੰਟਸ ਦਿੰਦੇ ਨੇ ਪਰ ਉੱਥੇ ਜਾ ਕੇ ਗੜਬੜ ਹੋ ਜਾਂਦੀ ਹੈ। ਪਰ ਗੱਲ ਇਹ ਹੈ ਕਿ ਚਲੋ ਬਾਈ ਚਾਂਸ ਕਿਤੇ ਨਾ ਕਿਤੇ ਇੱਕ ਪ੍ਰੋਬਲਮ ਦਾ ਕਰਕੇ ਤੁਹਾਡੀ ਰਿਫਿਊਜ਼ਲ ਆ ਗਈ, ਪਰ ਤੁਹਾਡਾ ਕੰਸਲਟੈਂਟ ਜਿਹੜਾ ਉਹ ਕਿੰਨਾ ਕੁ ਸੀਰੀਅਸ ਹੈਗਾ ਤੁਹਾਡੀ ਫਾਈਲ ਨੂੰ ਲੈ ਕੇ, ਕਿੰਨਾ ਕੁ ਜੈਨੂਅਨ ਹੈਗਾ ਤੁਹਾਡੀ ਫਾਈਲ ਨੂੰ ਲੈ ਕੇ। ਜੇ ਰਿਫਿਊਜ਼ਲ ਆ ਵੀ ਗਈ ਹੈ ਤਾਂ ਦੁਬਾਰਾ ਅਪਲਾਈ ਜਿਹੜਾ ਉਹ ਤੁਸੀਂ ਕਰ ਸਕਦੇ ਹੋ। ਬਾਰ-ਬਾਰ ਅਸੀਂ ਕਹਿੰਦੇ ਆ ਜੀ ਰਿਫਿਊਜ਼ਲ ਆ ਗਈ, ਚਲੋ ਕੋਈ ਗੱਲ ਨਹੀਂ, ਇੱਕ ਵਾਰ ਗਲਤੀ ਹੋ ਗਈ, ਦੁਬਾਰਾ ਆਪਣੀ ਫਾਈਲ ਅਪਲਾਈ ਕਰੋ। ਇੱਕ ਵਾਰੀ ਤੁਸੀਂ ਗਲਤ ਕੰਸਲਟੈਂਟ ਚੂਜ਼ ਕਰ ਲਿਆ, ਦੁਬਾਰਾ ਕੰਸਲਟੈਂਟ ਸਹੀ ਚੂਜ਼ ਕਰੋ। ਗੈਪ ਜਿਵੇਂ ਹੁਣ ਗੱਲ ਕੀਤੀ, ਅੱਛਾ ਤੁਸੀਂ 3-4 ਸਾਲ ਦੇ ਗੈਪ ਦੀ ਗੱਲ ਕੀਤੀ, ਮੈਕਸਿਮਮ ਜੇ ਮੈਂ ਗੱਲ ਕਰਾਂ ਮੈਕਸਿਮਮ ਗੈਪ ਦੀ ਕਿੰਨਾ ਕੁ ਗੈਪ ਜਿਹੜਾ ਕੈਨੇਡਾ ਦੇ ਲਈ ਚੱਲ ਜਾਂਦਾ? ਪ੍ਰੀਤ ਜੀ, ਜਿੱਦਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੜ੍ਹਾਈ ਦੀ ਕੋਈ ਵੀ ਉਮਰ ਨਹੀਂ ਹੁੰਦੀ, ਬਟ ਇਹ ਹੈ ਕਿ +2 ਤੋਂ ਬਾਅਦ ਤੁਹਾਡਾ ਗੈਪ ਹੈ ਸਿਰਫ 3 ਤੋਂ 4 ਸਾਲ ਹੀ ਚੱਲ ਸਕਦਾ, ਕਿਉਂਕਿ ਕੈਨੇਡੀਅਨ ਹਾਈ ਕਮਿਸ਼ਨ ਹੈ ਜਿਹੜੀ ਉਹ ਇਹ ਦੇਖਦੀ ਹੈ ਕਿ ਸਟੂਡੈਂਟ ਕਿੰਨਾ ਕੁ ਜੈਨੂਨ ਹੈ। ਤੁਹਾਨੂੰ ਵੀ ਪਤਾ ਹੈ ਕਿ ਇੱਕ ਬੱਚੇ ਨੇ ਜੇ 2000 ਦੇ ਵਿੱਚ ਸਨ 2000 ਚ +2 ਕੀਤੀ ਸੀ ਤਾਂ ਅੱਜ ਉਹ ਕੈਨੇਡਾ ਪੜ੍ਹਨ ਨਹੀਂ ਚੱਲਿਆ, ਕਿਉਂਕਿ ਜੇ ਉਹਨੇ ਪੜ੍ਹਨਾ ਹੀ ਹੁੰਦਾ ਉਹ 10 ਸਾਲ ਜਿਹੜੇ ਵਿੱਚ ਨੇ ਉਹਨਾਂ ਦੇ ਵਿੱਚ ਵੀ ਕੁਛ ਨਾ ਕੁਛ ਕਰਦਾ। ਜੇ ਕੋਈ ਬੈਚਲਰ ਸਟੂਡੈਂਟ ਆ ਉਹਦਾ ਆਪਾਂ ਕਹਿ ਸਕਦੇ ਹਾਂ ਕਿ ਹਾਂਜੀ ਉਹਨੇ 2011 ਜਾਂ 12 ਦੇ ਵਿੱਚ ਬੈਚਲਰ ਕੀਤੀ ਸੀ, ਉਸ ਤੋਂ ਬਾਅਦ ਉਹ ਜੌਬ ਕਰਨ ਲੱਗ ਗਿਆ, ਬਟ ਹੁਣ ਉਹ ਸੋਚ ਰਿਹਾ ਕਿ ਕਿਉਂ ਨਾ ਮੈਂ ਕੋਈ ਹੋਰ ਕੋਰਸ ਲੈ ਕੇ, ਕੋਈ ਸਪੈਸ਼ਲਾਈਜੇਸ਼ਨ ਲੈ ਕੇ ਜੋ ਕਿ ਮੇਰੀ ਜੌਬ ਦੇ ਵਿੱਚ ਹੈਲਪ ਕਰੇ, ਜੋ ਮੈਨੂੰ ਪ੍ਰਮੋਸ਼ਨ ਲਈ ਹੈਲਪ ਕਰੇ, ਉਹ ਬੰਦਾ ਪੜ੍ਹ ਸਕਦਾ। ਪ੍ਰੀਤ ਜੀ, ਮੈਂ 38 ਸਾਲ ਦੇ ਸਟੂਡੈਂਟ ਦਾ ਵੀ ਆਪਾਂ ਵੀਜ਼ਾ ਲਾਇਆ ਹੋਇਆ, ਉਹਨੂੰ ਮੈਂ ਸਟੂਡੈਂਟ ਨਹੀਂ ਕਹੂੰਗਾ, ਮਤਲਬ ਕੰਮ ਕਰਦੇ ਸੀ ਉਹ 38 ਸਾਲ ਦੇ ਜਿਹੜੇ ਸਟੂਡੈਂਟਸ ਨੇ, ਐਪਲੀਕੈਂਟ ਕਵਾਂਗੇ ਆਪਾਂ, ਐਪਲੀਕੈਂਟ ਦਾ ਆਪਾਂ ਵੀਜ਼ਾ ਲਾਇਆ ਹੋਇਆ। ਸਕਸੈਸਫੁਲੀ ਉਹ ਬੰਦਾ ਕੈਨੇਡਾ ਦੇ ਵਿੱਚ ਇਸ ਟਾਈਮ ਬੈਠਾ ਹੈ ਤੇ ਜੋ ਉਹਦਾ ਪ੍ਰੀਵੀਅਸ ਇੱਥੇ ਐਕਸਪੀਰੀਅੰਸ ਸੀ ਉਹਦੇ ਵਿੱਚ ਹੀ ਅੱਗੇ ਕੋਰਸ ਕਰਕੇ ਉਹ ਅੱਗੇ ਆਪਣੀ ਜੌਬ ਕਰ ਰਿਹਾ। ਬਿਲਕੁਲ ਵਾਕਈ ਇਹ ਗੁੱਡ ਨਿਊਜ਼ ਹੈਗੀ ਆ, ਖਾਸ ਕਰਕੇ ਬਿਕਾਜ਼ ਨਾ ਕੀ ਹੁੰਦਾ ਕਿ ਕੈਨੇਡਾ ਵਾਸਤੇ ਖਾਸ ਕਰਕੇ ਜਿਨ੍ਹਾਂ ਨੇ ਅਪਲਾਈ ਕਰਨਾ, ਜਦੋਂ 2-4 ਸਾਲ ਦਾ ਗੈਪ ਆ ਜਾਂਦਾ ਤੇ ਉਹਨਾਂ ਨੂੰ ਮਨਾ ਕਰ ਦਿੱਤਾ ਜਾਂਦਾ, ਕਿਹਾ ਜਾਂਦਾ ਕਿ ਕੈਨੇਡਾ ਵਾਸਤੇ ਤੁਸੀਂ ਹੁਣ ਐਲੀਜੀਬਲ ਨਹੀਂ ਹੈਗੇ। ਸੋ ਜਿਨ੍ਹਾਂ ਦਾ 4-5 ਸਾਲ ਦਾ ਗੈਪ ਹੋ ਗਿਆ, ਪੜ੍ਹਾਈ ਛੱਡਿਆਂ ਨੂੰ 10 ਸਾਲ ਹੋ ਗਏ ਨੇ, 12 ਸਾਲ ਹੋ ਗਏ ਨੇ, ਚਾਹੇ ਮਾਸਟਰਸ ਕੀਤੀ ਹੈ, ਬੈਚਲਰ ਕੀਤੀ ਹੈ, ਹੁਣ ਉਹ ਸੋਚਦੇ ਨੇ ਕਿ ਕੈਨੇਡਾ ਜਾਣ ਦਾ ਡ੍ਰੀਮ ਤਾਂ ਸਾਡਾ ਪੂਰਾ ਹੋ ਨਹੀਂ ਸਕਦਾ। ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਜੇ ਬਾਈ ਚਾਂਸ ਟਰਾਈ ਵੀ ਕਰਦੇ ਨੇ ਕੋਈ ਸ਼ੈਨੇਗਨ ਜਾਂ ਫਿਰ ਛੋਟੀਆਂ ਕੰਟਰੀਜ਼ ਜਿਹੜੀਆਂ ਉਹ ਸੁਜੈਸਟ ਕੀਤੀਆਂ ਜਾਂਦੀਆਂ ਨੇ, ਸੋ ਉੱਥੇ ਜਾ ਕੇ ਫਿਊਚਰ ਵੀ ਖਰਾਬ ਕਈ ਵਾਰੀ ਹੋ ਜਾਂਦਾ ਹੈ। ਸੋ ਇੱਕ ਵਾਰੀ ਟਰਾਈ ਜ਼ਰੂਰ ਕਰਿਆ ਕਰੋ। ਜਿਵੇਂ ਸੁਖਵਿੰਦਰ ਜੀ ਨੇ ਦੱਸਿਆ ਹੈਗਾ, ਤੁਹਾਨੂੰ ਇੱਕ ਗੁੱਡ ਨਿਊਜ਼ ਹੈਗੀ ਆ ਜੀ, ਜੇ ਗੈਪ ਹੈਗਾ, ਏਜ ਹੋ ਗਈ ਹੈ, ਘਬਰਾਉਣ ਦੀ ਜ਼ਰੂਰਤ ਨਹੀਂ। ਇੱਕ ਵਾਰੀ ਆਪਣੀ ਫਾਈਲ ਜਿਹੜੀ ਆ ਤੁਸੀਂ ਆਈ ਵੀਜ਼ਾ ਇਮੀਗ੍ਰੇਸ਼ਨ ਦੇ ਕੋਲ ਲੈ ਕੇ ਆਓ, ਹੋ ਸਕਦਾ ਹੈ ਕਿਤੇ ਨਾ ਕਿਤੇ ਜਿਹੜੀ ਹੈ ਤੁਹਾਡੀ ਫਾਈਲ ਐਲੀਜੀਬਲ ਹੋਵੇ, ਤੁਸੀਂ ਕੈਨੇਡਾ ਪਹੁੰਚ ਪਾਓ। ਬਿਕਾਜ਼ ਜਿਵੇਂ ਇਹਨਾਂ ਨੇ ਕਿਹਾ, ਵਾਕਈ ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ, ਬਸ ਗੱਲ ਕੀ ਹੈ ਕਿ ਤੁਹਾਡਾ ਪ੍ਰੋਫਾਈਲ ਕਿੱਦਾਂ ਦਾ, ਤੁਸੀਂ ਇੰਨੇ ਟਾਈਮ ਦੇ ਵਿੱਚ ਕੀਤਾ ਕੀ ਹੈਗਾ ਆ। ਸੋ ਰਿਫਿਊਜ਼ਲ ਵਾਲੇ ਸਟੂਡੈਂਟ ਆਪਾਂ ਕਹਿ ਸਕਦੇ ਹਾਂ ਕਿ ਆਈ ਵੀਜ਼ਾ ਇਮੀਗ੍ਰੇਸ਼ਨ ਕੋਲ ਹੁਣ ਰਿਫਿਊਜ਼ਲ ਵਾਲੇ, ਗੈਪ ਵਾਲੇ, ਹਰ ਤਰ੍ਹਾਂ ਦੇ ਸਟੂਡੈਂਟ ਆ ਸਕਦੇ ਜੀ। ਬਿਲਕੁਲ ਪ੍ਰੀਤ ਜੀ, ਤੇ ਇੱਥੇ ਮੈਂ ਇਸ ਚੀਜ਼ ਦੀ ਸ਼ੋਰਟੀ ਦਿੰਦਾ ਕਿ ਤੁਹਾਡਾ ਕੋਈ ਵੀ ਪੈਸਾ ਨਹੀਂ ਖਰਾਬ ਹੋਊਗਾ। ਆਈ ਵੀਜ਼ਾ ਇਮੀਗ੍ਰੇਸ਼ਨ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੀ ਹੈ, ਤੇ ਮੈਂ ਸਟੂਡੈਂਟਸ ਨੂੰ ਵੀ ਇਹੀ ਗਾਈਡ ਕਰਦਾ ਕਿ ਏਜੰਟ ਐਦਾਂ ਦਾ ਲੱਭੋ ਜਿਹੜਾ ਤੁਹਾਡੀ ਫਾਈਲ ਤੇ ਸੀਰੀਅਸਲੀ ਕੰਮ ਕਰਦਾ। ਇਹ ਨਹੀਂ ਹੈਗਾ ਕਿ ਟੀਵੀ ਤੇ ਕੁਝ ਹੋਰ ਤੇ ਬਾਅਦ ਦੇ ਵਿੱਚ ਆਫਿਸ 'ਚ ਕੁਝ ਹੋਰ। ਇੱਥੇ ਕੰਪਨੀ ਦੀ ਪਾਲਿਸੀਜ਼ ਕੁਝ ਹੋਰ ਹੁੰਦੀਆਂ ਨੇ। ਜਦੋਂ ਬੰਦਾ ਏਜੰਟ ਦੇ ਆਫਿਸ ਚਲਾ ਜਾਂਦਾ, ਉੱਥੇ ਉਹਦਾ ਕਾਉਂਸਲਰ ਕੁਝ ਹੋਰ ਹੀ ਚੀਜ਼ਾਂ ਦੱਸ ਰਿਹਾ ਹੁੰਦਾ, ਨਹੀਂ ਜੀ ਪਹਿਲਾਂ 5000 ਦੇ ਦਿਓ, ਪਹਿਲਾਂ 15 ਦੇ ਦਿਓ, 20 ਦੇ ਦਿਓ, 25 ਦੇ ਦਿਓ। ਤੁਸੀਂ ਆਈ ਵੀਜ਼ਾ ਇਮੀਗ੍ਰੇਸ਼ਨ ਕੋਲ ਅਪਲਾਈ ਕਰਦੇ ਹੋ, ਸਾਡੀ ਕੋਈ ਵੀ ਕੰਪਨੀ ਫੀਸ ਨਹੀਂ ਹੈਗੀ। ਪਹਿਲਾਂ ਕੋਈ ਕੰਪਨੀ ਫੀਸ, ਕੋਈ ਰਜਿਸਟ੍ਰੇਸ਼ਨ ਫੀਸ, ਕੋਈ ਵੀ ਸਿਕਿਉਰਿਟੀ ਫੀਸ ਐਦਾਂ ਦਾ ਅਸੀਂ ਕੁਛ ਨਹੀਂ ਲੈਂਦੇ। ਤੁਸੀਂ ਆਣਾ ਹੈ, ਆਪਣੇ ਡਾਕੂਮੈਂਟ ਦੇਣੇ ਆ, ਤੁਹਾਡਾ ਕੇਸ ਹੈ ਜਿਹੜਾ ਅਪਲਾਈ ਹੋ ਜਾਣਾ। ਬਾਕੀ ਦੀ ਸਾਰੀ ਪੇਮੈਂਟ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ।
ਜੀ। ਅੱਛਾ, ਹੁਣ ਜਿਨ੍ਹਾਂ ਦਾ 1 ਜਾਂ 2 ਮੋਡਿਊਲ ਚੋਂ 5.5 ਬੈਂਡ ਆ ਜਾਂਦੇ ਨੇ, ਉਹਨਾਂ ਦਾ ਕੋਈ ਚਾਂਸ ਹੈਗਾ ਕੈਨੇਡਾ ਵਾਸਤੇ? ਪ੍ਰੀਤ ਜੀ, 2 ਮੋਡਿਊਲ ਚੋਂ 5.5 ਬੈਂਡ ਦੀ ਫਾਈਲਸ ਨੂੰ ਆਈ ਵੀਜ਼ਾ ਇਮੀਗ੍ਰੇਸ਼ਨ ਨਹੀਂ ਅਸੈਪਟ ਕਰਦਾ। ਇਹ ਗੱਲ ਮੈਂ ਕਲੀਅਰਲੀ ਇਸ ਮੰਚ ਤੇ ਬਹਿ ਕੇ ਬੋਲ ਰਿਹਾ ਕਿ 2 ਮੋਡਿਊਲ ਚੋਂ 5.5 ਵਾਲੇ ਬੰਦੇ ਸਾਡੇ ਕੋਲ ਨਾ ਆਉਣ। ਅਸੀਂ ਸਿਰਫ 1 ਮੋਡਿਊਲ ਚੋਂ 5.5 ਤੇ ਜਿਹੜੀ ਫਾਈਲ ਹੈ ਉਹ ਅਸੈਪਟ ਕਰਦੇ ਹਾਂ। ਬਹੁਤ ਬੜੀ ਕੰਪਨੀਆਂ ਦੇ ਇਸ ਟਾਈਮ ਹੱਥ ਖੜੇ ਹੋ ਚੁੱਕੇ ਨੇ, ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰਤਾ, ਪ੍ਰਮੋਟ ਕਰਨਾ ਸ਼ੁਰੂ ਕਰਤਾ ਕਿ ਜੇ ਅਸੀਂ ਫਾਈਲ ਲਵਾਂਗੇ ਤਾਂ 6E40 ਲਵਾਂਗੇ। ਬਟ ਇੱਥੇ ਮੈਂ ਚੈਲੰਜ ਅਸੈਪਟ ਕਰਦਾ ਕਿ 1 ਮੋਡਿਊਲ ਚੋਂ 5.5 ਵਾਲੀ ਫਾਈਲ 6 ਓਵਰਆਲ ਉਹ ਫਾਈਲ ਅਸੀਂ ਅਸੈਪਟ ਕਰਾਂਗੇ। ਉਹਦਾ ਪੈਕੇਜ ਕਰਨਾ, ਪੈਕੇਜ ਵੀ ਹੋਊਗਾ, ਸਟੈਪ ਬਾਏ ਸਟੈਪ ਕਰਨਾ, ਤੁਸੀਂ ਸਟੈਪ ਬਾਏ ਸਟੈਪ ਵੀ ਕਰ ਸਕਦੇ ਹੋ। ਬਿਲਕੁਲ। ਅੱਛਾ, ਤੁਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੀ ਗੱਲ ਕੀਤੀ ਹੈ ਨਾ, ਇਹਨੂੰ ਲੈ ਕੇ ਵੀ ਕਨਫਿਊਜ਼ਨ ਹੈ ਬਿਕਾਜ਼ ਜਿਵੇਂ ਤੁਸੀਂ ਛੋਟਾ ਜਿਹਾ ਹਿੰਟ ਦਿੱਤਾ ਕਿ ਕਈ ਬੱਚਿਆਂ ਨੂੰ ਇਹ ਵਾਲੀਆਂ ਫੈਸਿਲਿਟੀਜ਼ ਟੀਵੀ ਤੇ ਬੋਲ ਦਿੱਤਾ ਜਾਂਦਾ, ਸ਼ੋਜ਼ ਦੇ ਵਿੱਚ ਬੋਲ ਦਿੱਤਾ ਜਾਂਦਾ, ਫਿਰ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਉਹ ਤਾਂ ਫੀਸ ਹੈ ਜੀ, ਪਹਿਲਾਂ ਸਾਡਾ 50,000 10,000 ਸਾਡੀ ਕੰਪਨੀ ਫੀਸ ਦੇ ਦਿਓ, ਹੁਣ ਇਹ ਦੇ ਦਿਓ, ਹੁਣ ਇਹ ਦੇ ਦਿਓ। ਸੋ ਥੋੜੇ ਪੈਸੇ ਕਰਕੇ ਇਦਾਂ ਕਰਕੇ ਕਿ ਕਾਫੀ ਪੈਸੇ ਜਿਹੜੇ ਬੱਚਾ 4-5 ਲੱਖ ਰੁਪਏ ਦਾ ਪਹਿਲਾਂ ਹੀ ਖਰਚ ਕਰ ਦਿੰਦਾ ਹੈ, ਉਸ ਤੋਂ ਬਾਅਦ ਫੀਸ ਜਿਹੜੀ ਹੈਗੀ ਉਹਨੂੰ ਕਿਹਾ ਜਾਂਦਾ ਕਿ ਵੀਜ਼ਾ ਲੱਗਣ ਤੋਂ ਬਾਅਦ। ਸੋ ਤੁਸੀਂ ਦੱਸੋ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ ਕਿ ਆਈ ਵੀਜ਼ਾ ਵੀ ਇਦਾਂ ਹੀ ਕਰਦਾ ਜਾਂ ਫਿਰ ਫੁੱਲ ਪੇਮੈਂਟ ਜਿਹੜੀ ਆ ਉਹ ਵੀਜ਼ਾ ਲੱਗਣ ਤੋਂ ਬਾਅਦ ਲੈਂਦਾ ਹੈ? ਜੀ ਪ੍ਰੀਤ ਜੀ, ਇਹ ਕੁਐਸਚਨ ਤੁਹਾਡਾ ਬਿਲਕੁਲ ਹੀ ਸਟੂਡੈਂਟਸ ਵੱਲੋਂ ਹੈ, ਬਿਲਕੁਲ ਹੀ ਇਹ ਕੁਐਸਚਨ ਸਟੂਡੈਂਟਸ ਦੇ ਪੇਰੈਂਟਸ ਵੱਲੋਂ ਢੁਕਦਾ ਕਿ ਵਾਕਈ ਟੀਵੀ ਦੇ ਉੱਤੇ, YouTube ਤੇ, ਫੇਸਬੁੱਕ ਤੇ ਪ੍ਰਮੋਟ ਕੀਤਾ ਜਾਂਦਾ ਕਿ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ। ਜਦੋਂ ਸਟੂਡੈਂਟ ਏਜੰਟ ਦੇ ਦਫ਼ਤਰ ਪਹੁੰਚਦਾ ਉਦੋਂ ਕਿਹਾ ਜਾਂਦਾ ਕਿ ਸਾਰੀ ਫੀਸ ਨਹੀਂ ਜੀ, ਇਹ ਤਾਂ ਸਾਡੀ ਕੰਪਨੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਹੈ। ਬਟ ਇੱਥੇ ਮੈਂ ਤੁਹਾਨੂੰ ਕਲੀਅਰਲੀ ਦੱਸਦਾ ਕਿ ਆਈ ਵੀਜ਼ਾ ਇਮੀਗ੍ਰੇਸ਼ਨ ਸਾਰੀ ਫੀਸ ਦਾ ਮਤਲਬ ਇਹ ਹੈ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਤੁਹਾਡੀ ਆਫਰ ਲੈਟਰ ਦੀ ਕੋਈ ਫੀਸ ਨਹੀਂ, ਤੁਸੀਂ ਸਟਾਰਟਿੰਗ 'ਚ ਕੋਈ ਪਰਚੀ ਨਹੀਂ ਕੱਟਣੀ, ਕੋਈ 5,000 10,000 25,000 ਕੁਛ ਨਹੀਂ ਦੇਣਾ, ਕੋਈ ਆਫਰ ਲੈਟਰ ਦੀ ਫੀਸ ਨਹੀਂ ਦੇਣੀ, ਕੋਈ ਵੀ ਅੰਬੈਸੀ ਫੀਸ ਨਹੀਂ ਦੇਣੀ। ਅੰਬੈਸੀ ਫੀਸ ਵੀ ਆਈ ਵੀਜ਼ਾ ਇਮੀਗ੍ਰੇਸ਼ਨ ਆਪਣੇ ਕੋਲੋਂ ਇਨਵੈਸਟ ਕਰਦਾ ਹੈ। ਸਾਰੇ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ ਜੀ। ਅੱਛਾ, ਜਦੋਂ ਪੈਕੇਜ ਸਿਸਟਮ ਦੀ ਗੱਲ ਆ ਜਾਂਦੀ, ਕਿਉਂਕਿ ਬੱਚਿਆਂ ਦੇ ਸਵਾਲ ਬਹੁਤ ਨੇ, ਕਈਆਂ ਦੇ ਨਾਲ ਇਸ ਚੀਜ਼ ਨੂੰ ਲੈ ਕੇ ਚੀਟਿੰਗਸ ਵੀ ਹੋਈਆਂ ਨੇ, ਸੋ ਮੈਂ ਚਾਹੁੰਦੀ ਹਾਂ ਕਿ ਪੂਰਾ ਕਲੀਅਰ ਕੀਤਾ ਜਾਵੇ। ਪੈਕੇਜ ਜਾਂ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਦੀ ਜਦੋਂ ਗੱਲ ਆਉਂਦੀ, ਉਹਦੇ ਵਿੱਚ ਬੱਚਿਆਂ ਦੇ ਨਾਲ ਕਾਫੀ ਚੀਟਿੰਗਸ ਹੋਈਆਂ। ਇੱਕ ਤਾਂ ਇਹ ਹੋਈਆਂ ਕਿ ਪੈਕੇਜ ਦੇ ਨਾਮ ਤੇ ਨਾ ਡਬਲ ਰੇਟ, ਜਿੱਥੇ 15 ਲੱਖ ਸੀ ਉੱਥੇ 25 30 ਲੱਖ ਰੁਪਏ ਬੱਚਿਆਂ ਕੋਲੋਂ ਲਏ ਗਏ। ਦੂਸਰੀ ਗੱਲ ਕਿ ਬੱਚਿਆਂ ਨੂੰ ਵੀ ਇੰਨੀ ਨੌਲੇਜ ਨਹੀਂ ਹੁੰਦੀ, ਇੱਥੋਂ ਠੀਕ ਹੈ ਤੁਹਾਡਾ ਪੈਕੇਜ ਕਰ ਦਿੱਤਾ, ਉੱਥੇ ਜਾ ਕੇ ਬੱਚਿਆਂ ਨੂੰ ਪਤਾ ਲੱਗਾ ਸਾਡੀ ਤਾਂ 3 ਮਹੀਨੇ ਦੀ ਜਿਹੜੀ ਆ ਉਹ ਫੀਸ ਪੇ ਕੀਤੀ ਗਈ ਆ। ਹੁਣ ਜਾਂਦਿਆਂ ਨੂੰ ਉਹਨਾਂ ਨੂੰ ਕਮਾ ਕੇ ਅਗਲੀ ਫੀਸ ਭਰਨ ਤੇ ਜਿਹੜੀ ਉਹ ਸੀ, ਜਾਂ ਫਿਰ ਛੋਟੇ-ਮੋਟੇ ਕਾਲਜ ਜਿਹੜੇ ਉਹ ਬੱਚਿਆਂ ਨੂੰ ਪੈਕੇਜ ਦੇ ਨਾਮ ਤੇ ਦੇ ਦਿੱਤੇ ਜਾਂਦੇ, ਏਜੰਟਸ ਨੂੰ ਹੁੰਦਾ ਕਿ ਸਾਡਾ ਖਰਚਾ ਥੋੜਾ ਆ ਰਿਹਾ। ਸੋ ਇਹ ਥੋੜਾ ਜਿਹਾ ਕਲੀਅਰ ਕਰੋ। ਜੀ ਪ੍ਰੀਤ ਜੀ, ਬਹੁਤ ਸਾਰੇ ਸਟੂਡੈਂਟਸ ਨਾਲ ਇਦਾਂ ਦੀ ਠੱਗੀ ਵੱਜਦੀ ਹੈ ਕਿ ਕਿਹਾ ਕੁਛ ਤੇ ਕੀਤਾ ਕੁਛ। ਆਈ ਵੀਜ਼ਾ ਇਮੀਗ੍ਰੇਸ਼ਨ ਤੁਹਾਡੀ ਫਾਈਲ ਤੇ ਬਿਲਕੁਲ ਟਰਾਂਸਪੇਰੈਂਟਲੀ ਵਰਕ ਕਰਦਾ ਹੈ। ਤੁਹਾਡਾ ਕਿਹੜਾ ਕਾਲਜ ਹੈ, ਕਿਹੜਾ ਤੁਹਾਡਾ ਉਹਦੇ ਵਿੱਚ ਪ੍ਰੋਗਰਾਮ ਹੈ, ਤੁਹਾਡੀ ਜਿਹੜੀ ਪ੍ਰੀਵੀਅਸ ਸਟੱਡੀ ਹੈ ਉਹਦੇ ਨਾਲ ਉਹ ਪ੍ਰੋਗਰਾਮ ਰੈਲੇਵੈਂਟ ਹੁੰਦਾ ਹੈ। ਕਿਉਂਕਿ ਮੈਂ ਜਿਹੜਾ ਪੈਕੇਜ ਕਰਦਾ, ਤੁਸੀਂ ਸਾਡੇ ਕੋਲ ਅਪਲਾਈ ਕਰਦੇ ਹੋ, ਮੈਨੂੰ ਤਾਂ ਹੀ ਫਾਇਦਾ ਹੋਊਗਾ ਜੇ ਤੁਹਾਡਾ ਵੀਜ਼ਾ ਆਊਗਾ। ਮੈਂ ਵੀਜ਼ਾ ਲਈ ਕੰਮ ਕਰਦਾ। ਮਨੀ ਇਜ਼ ਅ ਬਾਇਓ ਪ੍ਰੋਡਕਟ। ਮੇਰੇ ਰਿਜ਼ਲਟ ਚੰਗੇ ਆਣਗੇ, ਤੁਸੀਂ ਆਫਿਸ ਦੇ ਵਿੱਚ ਜਾ ਕੇ ਦੇਖ ਲਓ, ਤੁਹਾਨੂੰ ਕੋਈ ਵੀ ਰਿਜ਼ਲਟ ਮੈਂ 2020 ਦਾ ਨਹੀਂ ਦਿਖਾਊਂਗਾ। ਸਾਰੇ ਰਿਜ਼ਲਟ ਮੇਰੇ ਆਫਿਸ ਦੀ ਜਿਹੜੀ ਵਾਲ ਹੈ 2021 ਦੇ ਤੁਹਾਨੂੰ ਰਿਜ਼ਲਟ ਦਿਖਣਗੇ। ਲੇਟੈਸਟ ਰਿਜ਼ਲਟ ਅਸੀਂ ਪ੍ਰਮੋਟ ਵੀ ਕਰਦੇ ਹਾਂ, ਸਾਰੀਆਂ ਚੀਜ਼ਾਂ ਅਸੀਂ ਕਰਦੇ ਹਾਂ। 2021 ਦੇ ਰਿਜ਼ਲਟ ਸਾਡੇ ਕੋਲ ਆਏ ਨੇ, ਉਹ ਸਿਰਫ ਤਾਂ ਹੀ ਆਏ ਨੇ ਜੇ ਅਸੀਂ ਬੱਚੇ ਦੀ ਫਾਈਲ ਤੇ ਮਿਹਨਤ ਕਰਦੇ ਹਾਂ। ਜੇ ਮੈਨੂੰ ਪਤਾ ਹੈ ਕਿ ਜੇ ਮੈਂ ਇਸ ਬੱਚੇ ਤੋਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਣਾ ਤਾਂ ਉਹਦਾ ਵੀਜ਼ਾ ਵੀ ਆਉਣਾ ਚਾਹੀਦਾ ਹੈ। ਕਿਉਂਕਿ ਮੈਂ ਪਹਿਲਾਂ ਕੋਈ ਵੀ ਗੈਪ ਦੇ ਨਾਮ ਤੇ, ਫੰਡਾਂ ਦੇ ਨਾਮ ਤੇ, ਅੰਬੈਸੀ ਦੇ ਨਾਮ ਤੇ, ਐਡਵਾਂਸ ਦੇ ਨਾਮ ਤੇ, ਸਿਕਿਉਰਿਟੀ ਦੇ ਨਾਮ ਤੇ ਕੋਈ ਵੀ ਇੱਦਾਂ ਦੀ ਫੀਸ ਪਹਿਲਾਂ ਨਹੀਂ ਲੈਂਦੇ। ਬਹੁਤ ਸਾਰੇ ਸਟੂਡੈਂਟਸ ਨਾਲ ਹੁੰਦਾ ਕਿ ਜੀ ਪੈਕੇਜ ਬਹੁਤ ਮੋਟਾ ਪੈਕੇਜ ਕਰ ਲਿਆ, 25 ਲੱਖ ਸਾਰਾ ਕੁਝ ਵਿੱਚ, ਤੁਹਾਡੀ ਟਿਊਸ਼ਨ ਫੀਸ ਵੀ ਵਿੱਚ, ਸਾਰਾ ਕੁਝ ਵਿੱਚ, ਬਟ ਦੇਣਾ 25 ਲੱਖ ਹੈ, ਵਿੱਚੇ ਤੁਹਾਡੀ GIC ਵੀ। ਉੱਥੇ ਠੱਗੀ ਇਹ ਹੁੰਦੀ ਹੈ ਕਿ ਨਾ ਤਾਂ ਉਹਦੀ ਟਿਊਸ਼ਨ ਫੀਸ ਭਰੀ ਜਾਂਦੀ ਹੈ, ਨਾ ਉਹਦੀ GIC ਭਰੀ ਜਾਂਦੀ ਹੈ। ਕਿਸੇ ਐਦਾਂ ਦੇ ਕਾਲਜ ਉਹਨੂੰ ਸੁੱਟ ਦਿੱਤਾ ਜਾਂਦਾ ਜਿੱਥੇ ਕਿ ਵਰਕ ਪਰਮਿਟ ਵੀ ਨਹੀਂ ਹੁੰਦਾ। ਉਹ ਭਾਈ 25 ਲੱਖ ਲਿੱਤਾ ਸਟੂਡੈਂਟ ਤੋਂ, ਘੱਟੋ ਘੱਟ ਕਾਲਜ ਤਾਂ ਐਦਾਂ ਦਾ ਦੇ ਦਿਓ ਵੀ ਵਰਕ ਪਰਮਿਟ ਹੋਵੇ ਜਿੱਥੇ। ਜੇ ਕਾਲਜ ਦੀ ਸਾਲ ਦੀ ਫੀਸ 6.5-7 ਲੱਖ ਹੈ ਤਾਂ ਘੱਟੋ ਘੱਟ ਉਹਦੀ ਵਿਚਾਰੇ ਦੀ ਸਾਲ ਦੀ ਫੀਸ ਤਾਂ ਭਰ ਦਿਓ। ਅਗਲੇ ਨੇ 25 ਲੱਖ ਦਿੱਤਾ ਤੁਹਾਨੂੰ, ਉਹਦੀ ਸਾਲ ਦੀ ਫੀਸ ਭਰ ਕੇ ਤਾਂ ਤੋਰੋ। ਫੀਸ ਭਰਦੇ ਨੇ ਜੀ 3 ਮਹੀਨਿਆਂ ਦੀ। ਕਈ ਵਾਰ ਤਾਂ ਐਦਾਂ ਵੀ ਹੋਇਆ ਪ੍ਰੀਤ ਜੀ ਕਿ ਬੱਚੇ ਕੋਲ 3 ਮਹੀਨੇ ਦੀ ਫੀਸ ਦਾ ਵੀ ਪ੍ਰੂਫ ਨਹੀਂ ਹੁੰਦਾ। ਏਅਰਪੋਰਟ ਤੇ ਬੱਚਿਆਂ ਨੂੰ ਇਸ ਗੱਲ ਕਰਕੇ ਵਾਪਸ ਭੇਜਣਾ ਪੈਂਦਾ ਜਾਂ ਬੜੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕਿ ਉਹਦੇ ਕੋਲ ਉਹਦੀ ਭਰੀ ਹੋਈ ਫੀਸ ਦਾ ਵੀ ਪ੍ਰੂਫ ਨਹੀਂ ਹੈਗਾ।
ਬਟ ਇੱਥੇ ਆਈ ਵੀਜ਼ਾ ਇਮੀਗ੍ਰੇਸ਼ਨ 'ਚ ਤੁਹਾਨੂੰ ਹਰ ਇੱਕ ਚੀਜ਼ ਦਾ ਪ੍ਰੂਫ ਮਿਲੂਗਾ। ਜੇ ਤੁਹਾਡੀ ਫੀਸ 8 ਲੱਖ ਗਈ ਹੈ ਨਾ ਤਾਂ 8 ਲੱਖ ਹੀ ਫੀਸ ਤੁਹਾਡੀ ਗਈ ਹੋਊਗੀ। ਜੇ ਤੁਹਾਡਾ GIC ਗਿਆ ਹੈ ਤਾਂ GIC ਦਾ ਸਰਟੀਫਿਕੇਟ ਤੁਹਾਨੂੰ ਪ੍ਰੋਪਰ ਦਿੱਤਾ ਜਾਊਗਾ। ਯੂਜ਼ਰ ID ਪਾਸਵਰਡ ਤੁਹਾਨੂੰ ਪ੍ਰੋਪਰ GIC ਦਾ ਦਿੱਤਾ ਜਾਊਗਾ। ਪ੍ਰੀਤ ਜੀ ਇੱਥੇ ਤੱਕ ਹੈ ਕਿ ਪਿਛਲੇ ਕੁਝ ਟਾਈਮ ਤੋਂ ਮੈਂ ਸਟੂਡੈਂਟਸ ਨੂੰ GCK ਅਕਾਊਂਟ ਵੀ ਦੇ ਰਿਹਾ। ਕੋਈ ਵੀ ਏਜੰਟ, ਮੈਂ ਇੱਥੇ ਬਹਿ ਕੇ ਕਹਿੰਦਾ ਕਿ ਕੋਈ ਵੀ ਏਜੰਟ ਤੁਹਾਨੂੰ GCK ਅਕਾਊਂਟ ਦੀ ਡਿਟੇਲ ਨਹੀਂ ਦਊਗਾ। ਅਸੀਂ GCK ਅਕਾਊਂਟ ਦੀ ਡਿਟੇਲ ਵੀ ਦਿੱਤੀ ਹੈ ਸਟੂਡੈਂਟਸ ਨੂੰ। ਇੰਨਾ ਟਰਾਂਸਪੇਰੈਂਟ ਹੋ ਕੇ ਅਸੀਂ ਚੱਲਦੇ ਹਾਂ। ਅੱਛਾ, ਥੋੜੀ ਜਿਹੀ ਲਿਸਟ ਮੈਂ ਚਾਹਾਂਗੀ ਕਿ ਬੱਚਿਆਂ ਨੂੰ ਕੁਝ ਇੱਕ ਚੀਜ਼ਾਂ ਦੀ ਤੁਸੀਂ ਗਿਣਾ ਦਿਓ ਕਿ ਜੇ ਬਾਈ ਚਾਂਸ ਉਹ ਕਿਸੇ ਹੋਰ ਕੋਲੋਂ ਵੀ ਪੈਕੇਜ ਲੈਂਦੇ ਨੇ ਤੇ ਇਹ ਵਾਲੇ ਸਵਾਲ ਰੱਖ ਸਕਣ ਜਾਂ ਇਹ ਚੀਜ਼ਾਂ ਦਾ ਧਿਆਨ ਰੱਖ ਸਕਣ ਕਿ ਮੈਨੂੰ ਪੈਕੇਜ ਦੇ ਵਿੱਚ ਆਹ ਚੀਜ਼ਾਂ ਮਿਲ ਰਹੀਆਂ ਨੇ ਕਿ ਨਹੀਂ, ਬਿਕਾਜ਼ ਬੱਚਿਆਂ ਦੇ ਨਾਲ ਚੀਟਿੰਗ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਜੀ ਪ੍ਰੀਤ ਜੀ, ਜੇ ਤੁਸੀਂ ਕਿਸੇ ਏਜੰਟ ਕੋਲੋਂ ਪੈਕੇਜ ਲੈ ਰਹੇ ਹੋ ਜਾਂ ਤੁਸੀਂ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਵਾਲੀ ਫੈਸਿਲਿਟੀ ਅਡਾਪਟ ਕਰ ਰਹੇ ਹੋ ਤਾਂ ਤੁਹਾਨੂੰ ਬਹੁਤ ਛੋਟੀਆਂ ਚੀਜ਼ਾਂ ਨੇ ਜਿਹਦਾ ਧਿਆਨ ਰੱਖਣਾ ਪੈਣਾ। ਬਹੁਤ ਛੋਟੀ ਚੀਜ਼ਾਂ ਨੇ ਜਿਹਤੇ ਤੁਹਾਨੂੰ ਰਿਸਰਚ ਕਰਨੀ ਪੈਣੀ ਹੈ ਤੇ ਆਪਣੇ ਏਜੰਟ ਨੂੰ ਇਹ ਗੱਲ ਪੁੱਛਣੀ ਪੈਣੀ ਹੈ। ਤੁਸੀਂ ਉਹ ਤੋਂ ਪੁੱਛੋ। ਸਭ ਤੋਂ ਪਹਿਲੀ ਤੇ ਜਿਹੜੀ ਵੱਡੀ ਗੱਲ ਹੈ ਕਿ ਮੇਰਾ ਪਬਲਿਕ ਕਾਲਜ ਹੈ ਕਿ ਪ੍ਰਾਈਵੇਟ ਕਾਲਜ ਹੈ। ਪਬਲਿਕ ਕਾਲਜ ਤੇ ਪ੍ਰਾਈਵੇਟ ਕਾਲਜ ਨੂੰ ਲੈ ਕੇ ਬਹੁਤ ਵੱਡਾ ਜਿਹੜੀ ਹੈਗੀ ਆ ਮਿਸਗਾਈਡੈਂਸ ਹੈਗੀ ਆ ਪਬਲਿਕ ਕਾਲਜ ਤੇ ਪ੍ਰਾਈਵੇਟ ਕਾਲਜ ਨੂੰ ਲੈ ਕੇ। ਲੋਕੀ ਕਹਿੰਦੇ ਜੀ ਪ੍ਰਾਈਵੇਟ ਕਾਲਜ 'ਚ ਅਪਲਾਈ ਕਰਤਾ ਇਹਦਾ ਤਾਂ ਕੰਮ ਹੀ ਗਲਤ ਹੋ ਗਿਆ, ਤਾਂ ਇਹ ਹੋ ਗਿਆ। ਬਟ ਇੱਥੇ ਇਹ ਗੱਲ ਦੱਸਣਯੋਗ ਹੈ ਕਿ ਬਹੁਤ ਸਾਰੇ ਪਬਲਿਕ ਤੇ ਬਹੁਤ ਸਾਰੇ ਪ੍ਰਾਈਵੇਟ ਕਾਲਜ ਇੱਦਾਂ ਦੇ ਨੇ ਜੋ ਕਿ ਤੁਹਾਨੂੰ ਪੋਸਟ ਸਟੱਡੀ ਵਰਕ ਪਰਮਿਟ ਦਿੰਦੇ ਨੇ। ਫੀਸਿਸ ਵੀ ਉੱਥੇ ਘੱਟ ਨੇ ਤੇ ਉਹਨਾਂ ਦਾ ਰੈਂਕ ਵੀ ਬਹੁਤ ਅੱਛਾ ਹੈ। ਕੈਨੇਡਾ ਦੇ ਵਿੱਚ ਉਹਨਾਂ ਦੀ ਚੰਗੀ ਰੈਪੂਟੇਸ਼ਨ ਹੈ। ਜਿੰਨੀ ਇੱਕ ਪਬਲਿਕ ਕਾਲਜ ਦੀ ਰੈਪੂਟੇਸ਼ਨ ਹੈ ਉਨੀ ਚੰਗੀ ਰੈਪੂਟੇਸ਼ਨ ਹੀ ਪ੍ਰਾਈਵੇਟ ਕਾਲਜ ਦੀ ਹੈ। ਸੋ ਇਹ ਚੀਜ਼ਾਂ ਦਾ ਤੁਸੀਂ ਧਿਆਨ ਦੇਖੋ ਕਿ ਜਿਹੜਾ ਤੁਹਾਡਾ ਕਾਲਜ ਹੈ ਉਹ ਪਬਲਿਕ ਹੈ ਜਾਂ ਪ੍ਰਾਈਵੇਟ ਹੈ। ਜੇ ਪ੍ਰਾਈਵੇਟ ਕਾਲਜ ਹੈ ਘਬਰਾਉਣ ਦੀ ਜ਼ਰੂਰਤ ਨਹੀਂ, ਏਜੰਟ ਨਾਲ ਲੜਨ ਦੀ ਜ਼ਰੂਰਤ ਨਹੀਂ। ਜੇ ਤੁਹਾਡਾ ਪ੍ਰਾਈਵੇਟ ਕਾਲਜ ਹੈ ਉਹ 'ਚ ਤੁਸੀਂ ਇਹ ਦੇਖੋ ਕਿ ਉਹ ਕਾਲਜ ਕਿਹੜੇ ਗਰੁੱਪ ਕਿਹੜੇ ਇੰਡੀਵਿਜੂਅਲ ਵੱਲੋਂ ਚਲਾਇਆ ਜਾਂਦਾ, ਕੀ ਉਹਦੇ ਕੋਲ ਪ੍ਰੋਪਰ ਲਾਇਸੈਂਸ ਹੈਗਾ, DLI ਨੰਬਰ ਹੈਗਾ, ਉਹਦੇ ਵਿੱਚ ਪੋਸਟ ਸਟੱਡੀ ਵਰਕ ਪਰਮਿਟ ਹੈਗਾ ਜਾਂ ਨਹੀਂ ਹੈਗਾ। ਤੁਸੀਂ ਇਹ ਚੈੱਕ ਕਰਨਾ। ਆਪਣੇ ਏਜੰਟ ਤੋਂ ਕੰਸਲਟੈਂਟ ਤੋਂ ਨਾਮ ਪੁੱਛ ਲਓ ਕਾਲਜ ਦਾ, canada.ca ਤੇ ਜਾ ਕੇ ਚੈੱਕ ਕਰ ਲਓ। ਉੱਥੇ ਪ੍ਰੋਵਿੰਸ ਦੇ ਅਕੋਰਡਿੰਗ ਤੁਹਾਡਾ ਜਿਹੜਾ ਕਾਲਜ ਹੈ ਉਹਦਾ ਨਾਮ ਆ ਜਾਊਗਾ। ਉਹਦੇ ਵਿੱਚ ਪੋਸਟ ਸਟੱਡੀ ਵਰਕ ਪਰਮਿਟ ਹੈ ਯੈਸ ਔਰ ਨੋ ਚੈੱਕ ਕਰ ਸਕਦੇ ਹੋ। ਤੁਹਾਡਾ ਵਰਕ ਪਰਮਿਟ ਉੱਥੇ ਨਹੀਂ ਹੈਗਾ, ਆਪਣੇ ਏਜੰਟ ਤੋਂ ਪੁੱਛੋ ਕਿ ਭਾਈ ਇਸ ਕਾਲਜ ਦਾ ਵਰਕ ਪਰਮਿਟ ਨਹੀਂ ਹੈਗਾ, ਫਿਰ ਮੈਂ ਕੀ ਕਰੂੰਗਾ? ਮੈਂ ਉੱਥੇ ਪੜ੍ਹ ਕੇ ਵਾਪਸ ਥੋੜੀ ਆਣਾ, ਜਾਂ ਇਸ ਤੋਂ ਅੱਗੇ ਮੈਨੂੰ ਤੁਸੀਂ ਕੀ ਗਾਈਡ ਕਰਦੇ ਹੋ? ਉਸ ਕਾਲਜ ਦੀ ਫੀਸ ਕਿੰਨੀ ਹੈ, ਫੀਸ ਦੇ ਅਕੋਰਡਿੰਗ ਤੁਸੀਂ ਆਪਣਾ ਪੈਕੇਜ ਕਰ ਲਓ। ਇਹ ਨਹੀਂ ਹੈਗਾ ਕਿ ਫੀਸ ਹੈਗੀ ਆ ਪ੍ਰੀਤ ਜੀ 5 ਲੱਖ, ਤੁਸੀਂ ਪੈਕੇਜ ਕਰ ਰਹੇ ਹੋ ਜੀ 25 ਲੱਖ। ਇੱਥੇ ਤਾਂ ਦੇਖੋ ਹੁਣ ਆਪਾਂ ਰੋਟੀ ਨੂੰ ਚੋਚੀ ਨਹੀਂ ਨਾ ਕਹਿੰਦੇ, ਆਪਾਂ ਬੜੇ ਹੋ ਗਏ। ਚਾਹੇ ਤੁਸੀਂ +2 'ਚੋਂ ਚਾਹੇ ਤੁਸੀਂ ਬੈਚਲਰ 'ਚੋਂ, ਆਪਾਂ ਹੁਣ ਵੱਡੇ ਹੋ ਗਏ। ਆਪਣੀ ਫਾਈਲ ਤੇ ਇੰਨੇ ਕੁ ਸਵਾਲ ਜਵਾਬ ਤਾਂ ਆਪਾਂ ਕਰ ਹੀ ਸਕਦੇ ਹਾਂ ਕਿ ਭਾਈ ਫੀਸ ਮੇਰੀ 5 ਲੱਖ ਹੈ ਪਰ ਤੁਸੀਂ ਮੇਰੇ ਨਾਲ ਪੈਕੇਜ 25 ਲੱਖ ਰੁਪਇਆ ਕਰ ਰਹੇ ਹੋ। ਠੀਕ ਹੈ, ਤੁਸੀਂ ਆਪਣੀ ਐਕਸਪਰਟੀਜ਼ ਦੇ ਪੈਸੇ ਲਵੋ। ਠੀਕ ਹੈ, ਤੁਸੀਂ ਮੇਰੀ ਫਾਈਲ ਤੇ ਇਨਵੈਸਟ ਕਰ ਰਹੇ ਹੋ, ਉਸ ਚੀਜ਼ ਦਾ ਜਿਹੜਾ ਮਾਰਜਨ ਹੈ ਉਹ ਤੁਸੀਂ ਰੱਖੋ। ਠੀਕ ਹੈ, ਤੁਸੀਂ ਮੇਰੇ ਤੋਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਣੇ ਆ। ਤੁਸੀਂ ਜੇ ਕੱਲ੍ਹ ਨੂੰ ਵੀਜ਼ਾ ਨਹੀਂ ਆਉਂਦਾ ਤੁਸੀਂ ਵੀ ਨੁਕਸਾਨ ਝੱਲ ਸਕਦੇ ਹੋ। ਠੀਕ ਹੈ, ਤੁਸੀਂ ਆਪਣਾ ਮਾਰਜਨ ਰੱਖੋ, ਬਟ ਇੰਨਾ ਜ਼ਿਆਦਾ ਵੀ ਮਾਰਜਨ ਨਾ ਰੱਖੋ ਕਿ 5 ਲੱਖ ਜਾਂ 3 ਲੱਖ ਦੀ ਫੀਸ ਹੈ ਤੇ ਤੁਸੀਂ 25 ਲੱਖ ਰੁਪਇਆ ਲੈ ਰਹੇ ਹੋ। ਇੱਕ ਗੱਲ ਤਾਂ ਹੋਰ ਮੈਨੂੰ ਸਮਝ ਨਹੀਂ ਆਉਂਦੀ ਕਿ ਕਈ ਏਜੰਟ ਇਹ ਵੀ ਪ੍ਰਮੋਟ ਕਰ ਰਹੇ ਨੇ ਕਿ 2.5 ਲੱਖ 'ਚ ਜਾਓ ਕੈਨੇਡਾ, 3 ਲੱਖ 'ਚ ਜਾਓ, 4 ਲੱਖ 'ਚ ਜਾਓ। ਮੈਨੂੰ ਨਹੀਂ ਸਮਝ ਆ ਰਹੀ ਕਿ ਉਹ ਕਿਹੜੇ ਕਾਲਜ ਕਰ ਰਹੇ ਆ, ਕੀ ਕੋਰਸ ਦੇ ਰਹੇ ਨੇ। ਤੁਸੀਂ ਸੋਚ ਕੇ ਦੇਖੋ, ਤੁਸੀਂ ਕੈਨੇਡਾ ਜਾ ਰਹੇ ਹੋ, ਕੈਨੇਡਾ ਜਾ ਰਹੇ ਹੋ, ਤੁਸੀਂ ਕੈਨੇਡਾ, ਤੁਸੀਂ 3 ਲੱਖ 'ਚ ਕੈਨੇਡਾ। ਫਿਰ ਉਹ ਤਾਂ ਲੋਕੀ ਬੇਵਕੂਫ ਨੇ ਪ੍ਰੀਤ ਜੀ, ਜਿਹੜੇ 6-6 ਲੱਖ ਰੁਪਇਆ, ਹੁਣ 60 ਰੁਪਏ ਡਾਲਰ ਹੋ ਗਿਆ, 6.5 ਲੱਖ ਰੁਪਇਆ GIC ਭਰ ਰਹੇ ਨੇ ਸਿਰਫ। ਉਹ ਤਾਂ ਫਿਰ ਲੋਕੀ ਮੈਂ ਕਹਿੰਦਾ ਬੇਵਕੂਫ ਨੇ। ਉਹ ਸਟੂਡੈਂਟ ਬੇਵਕੂਫ ਹੈ ਜਿਹੜਾ 9-9, 10-10 ਲੱਖ ਫੀਸ ਭਰ ਰਿਹਾ। ਹੁਣ ਪਿੱਛੇ ਜੇ ਮੈਂ ਇੱਕ ਯੂਨੀਵਰਸਿਟੀ 'ਚ ਇੱਕ ਸਟੂਡੈਂਟ ਦੀ ਫੀਸ ਕਰੀ 11.5 ਲੱਖ ਫੀਸ ਸੀ। ਫਿਰ ਮੈਂ ਕਹਿੰਦਾ ਅਸੀਂ ਤਾਂ ਬੇਵਕੂਫ ਹੋ ਗਏ ਕਿ ਸਟੂਡੈਂਟ ਦੀ 11-11, 11.5 ਲੱਖ ਫੀਸ ਭਰਾ ਰਹੇ ਆ। ਫਿਰ ਤਾਂ ਉਹ ਚੰਗਾ 2.5 ਲੱਖ ਵਾਲਾ। ਇਹ ਤੁਸੀਂ ਸੋਚਣਾ ਹੈ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ। 2.5 ਲੱਖ ਵਾਲਾ ਵੀ ਠੱਗੀ ਦਾ ਸ਼ਿਕਾਰ ਹੈ। ਉਹਨੇ ਤੁਹਾਡੇ ਤੋਂ 20-50 ਹਜ਼ਾਰ ਲੈਣਾ, ਉਹਨੇ ਲੈ ਜਾਣਾ। ਤੁਹਾਡੀ ਫਾਈਲ 2 ਕੈਟਾਗਰੀ 'ਚ ਡਿਵਾਈਡ ਹੁੰਦੀ ਹੈ, SDS ਤੇ ਨਾਨ SDS। SDS ਦੀਆਂ ਕੁਝ ਸ਼ਰਤਾਂ ਨੇ, ਉਹ ਤੁਸੀਂ ਕੰਪਲੀਟ ਕਰਦੇ ਹੋ। ਜੇ ਉਹਨਾਂ ਸ਼ਰਤਾਂ ਦੇ ਵਿੱਚੋਂ ਕੋਈ ਵੀ ਸ਼ਰਤ ਨਹੀਂ ਹੈਗੀ, ਤੁਹਾਡੀ ਫਾਈਲ ਜਨਰਲ ਕੈਟਾਗਰੀ 'ਚ ਆ ਜਾਂਦੀ ਹੈ। ਜਨਰਲ ਕੈਟਾਗਰੀ 'ਚ ਤਾਂ ਤੁਸੀਂ ਜਿਹੜਾ ਹੈਗਾ ਆਇਲਸ ਦਾ ਐਗਜ਼ਾਮ ਵੀ ਉੱਥੇ ਮੈਂਡੇਟਰੀ ਨਹੀਂ ਹੈਗਾ। ਸੋ ਤੁਹਾਨੂੰ ਇੱਦਾਂ ਦੇ ਕੋਰਸਿਸ 'ਚ ਪਾ ਦਿੱਤਾ ਜਾਂਦਾ ਜਿੱਥੇ ਕਿ ਬੱਚੇ ਵੀ ਬਹੁਤ ਘੱਟ ਜਾਂਦੇ ਨੇ। ਅੱਛਾ, ਜਨਰਲ ਕੈਟਾਗਰੀ ਦੀ ਗੱਲ ਕੀਤੀ, ਜਨਰਲ ਦੇ ਵਿੱਚ ਨੁਕਸਾਨ ਬੱਚਿਆਂ ਨੂੰ ਕੀ ਹੁੰਦੇ ਨੇ? ਬਿਕਾਜ਼ SDS ਨਾਨ SDS 2 ਕੈਟਾਗਰੀ ਹੈਗੀਆਂ। ਹੁਣ ਨਾਨ SDS ਕੈਟਾਗਰੀ ਦੇ ਵਿੱਚ ਅਸੀਂ ਦੇ 5.5 ਵਾਲਾ ਜਾਂ ਹਨਾ ਵੀ ਥੋੜੇ ਜਿਹੇ ਘੱਟ ਪੈਸਿਆਂ ਵਾਲਾ ਵੀ ਜਾ ਸਕਦਾ। ਸੋ ਬੱਚਿਆਂ ਨੂੰ, ਬਾਕੀਆਂ ਨੂੰ ਲੱਗਦਾ ਕਿ ਮੈਂ
ਮੈਂ ਕਿਉਂ ਜ਼ਿਆਦਾ ਪੇ ਕਰਾਂ ਜੇਕਰ ਮੈਂ ਨਾਨ ਐਸਟੀਐਸ ਦੇ ਵਿੱਚ ਹੀ ਮੈਂ ਵੀ ਚਲਾ ਜਾਣਾ ਹੈਗਾ ਆ, ਹਨਾ। ਸੋ ਕੀ ਕਹਿਣਾ ਚਾਹੋਗੇ, ਨੁਕਸਾਨ ਕਿਤੇ ਨਾ ਕਿਤੇ ਕੋਈ ਚੱਲਣਾ ਪੈਂਦਾ ਨਾਨ ਐਸਟੀਐਸ ਦੇ ਵਿੱਚ? ਇੱਕ ਖਾਸ ਕਰਕੇ ਇੱਕ ਜੋ ਹਮੇਸ਼ਾ ਬੱਚਿਆਂ ਨੂੰ ਡਰ ਰਹਿੰਦਾ ਕਿ ਨਾਨ ਐਸਟੀਐਸ ਦੇ ਵਿੱਚ ਪਤਾ ਨਹੀਂ ਵਰਕ ਪਰਮਿਟ ਨਹੀਂ ਮਿਲਦਾ, ਹਨਾ, ਸ਼ਾਇਦ ਇਸ ਬਾਰੇ ਕਲੀਅਰ ਕਰੋ ਥੋੜਾ ਜਿਹਾ। ਪ੍ਰੀਤ ਜੀ, ਐਕਚੁਅਲ ਦੇ ਵਿੱਚ ਐਸਡੀਐਸ ਤੇ ਨਾਨ ਐਸਡੀਐਸ ਇਹ ਸਿਰਫ ਔਰ ਸਿਰਫ ਇੱਕ ਵੀਜ਼ਾ ਫਾਰਮ ਹੈ। ਕਾਲਜ ਦਾ ਇਹਦੇ ਵਿੱਚ ਕੋਈ ਵੀ ਰੋਲ ਨਹੀਂ ਹੈਗਾ। ਕਾਲਜ ਐਸਡੀਐਸ ਨਾਨ ਐਸਡੀਐਸ ਨਹੀਂ ਹੁੰਦੇ, ਇਹ ਗੱਲ ਮੈਂ ਕਲੀਅਰ ਕਰਦਾ ਕਿ ਕਾਲਜ ਐਸਡੀਐਸ ਜਾਂ ਨਾਨ ਐਸਡੀਐਸ ਨਹੀਂ ਹੁੰਦੇ। ਕਾਲਜ ਪਬਲਿਕ ਤੇ ਪ੍ਰਾਈਵੇਟ ਹੁੰਦੇ ਨੇ। ਜਦੋਂ ਤੁਸੀਂ ਵੀਜ਼ਾ ਲਾਂਚ ਕਰਦੇ ਹੋ, ਤੁਸੀਂ ਕੈਨੇਡਾ ਦੀ ਸਾਈਟ ਦੇ ਉੱਤੇ ਆਪਣੀ ਐਪਲੀਕੇਸ਼ਨ ਲਾਂਚ ਕਰਦੇ ਹੋ, ਉੱਥੇ ਤੁਹਾਨੂੰ ਆਪਸ਼ਨ ਆਉਂਦੀ ਹੈ ਐਸਡੀਐਸ ਤੇ ਨਾਨ ਐਸਡੀਐਸ ਦੀ। ਤੁਹਾਡੇ 6 ਈਚ ਬੈਂਡ ਨੇ, ਤੁਹਾਡਾ ਗੈਪ 1 ਤੋਂ 2 ਸਾਲ ਦਾ ਹੈ, ਪ੍ਰੀਵੀਅਸ ਸਟੱਡੀ ਚੋਂ 60% ਤੋਂ ਜ਼ਿਆਦਾ ਮਾਰਕਸ ਨੇ, ਤੁਸੀਂ GIC ਪੇ ਕੀਤਾ ਤੇ ਤੁਸੀਂ 1 ਸਾਲ ਦੀ ਫੀਸ ਪੇ ਕੀਤੀ ਹੈ, ਤੁਹਾਡੀ ਫਾਈਲ ਐਸਡੀਐਸ ਹੈ। ਇਹਨਾਂ ਚੋਂ ਇੱਕ ਵੀ ਚੀਜ਼ ਨਹੀਂ ਹੈਗੀ ਤੁਹਾਡੇ ਇੱਕ ਮੋਡਿਊਲ ਚੋਂ 5.5 ਬੈਂਡ ਹੈ, ਤੁਸੀਂ ਨਾਨ ਐਸਡੀਐਸ ਹੋ। ਨਾਨ ਐਸਡੀਐਸ ਦਾ ਨੁਕਸਾਨ ਕੋਈ ਨਹੀਂ ਹੈਗਾ। ਤੁਸੀਂ ਐਸਡੀਐਸ ਪ੍ਰੋਫਾਈਲ ਦੇ ਵਾਂਗ ਹੀ ਸਾਰੀਆਂ ਚੀਜ਼ਾਂ ਕੰਪਲੀਟ ਕਰੋ। ਤੁਹਾਡੇ ਇੱਕ 'ਚ 5.5 ਬੈਂਡ ਨੇ, ਕੋਈ ਚੱਕਰ ਨਹੀਂ ਹੈਗਾ। ਇੱਕ ਮੋਡਿਊਲ ਚੋਂ 5.5 ਬੈਂਡ ਤੇ ਮੇਰੇ ਕੋਲ ਨੰਬਰ ਆਫ ਵੀਜ਼ਾਸ ਤੁਸੀਂ ਦੇਖ ਸਕਦੇ ਹੋ। ਬਹੁਤ ਸਾਰੀਆਂ ਪ੍ਰੋਫਾਈਲਸ ਇੱਦਾਂ ਦੀਆਂ ਨੇ ਜਿਨ੍ਹਾਂ ਦੇ ਗੈਪ ਨਾਲ ਨਾਨ ਐਸਡੀਐਸ ਦੇ ਵਿੱਚ ਵੀਜ਼ਾ ਆਏ ਨੇ। ਨੁਕਸਾਨ ਕੋਈ ਨਹੀਂ ਹੈਗਾ। ਤੁਸੀਂ ਆਪਣੀ ਪ੍ਰੋਫਾਈਲ ਨੂੰ ਸਹੀ ਤਰੀਕੇ ਨਾਲ ਪ੍ਰੈਜ਼ੈਂਟ ਕਰ ਰਹੇ ਹੋ। ਜੋ ਚੀਜ਼ ਵੀਜ਼ਾ ਆਫਿਸਰ ਇੱਕ ਜੈਨੂਇਨ ਸਟੂਡੈਂਟ ਵੀਜ਼ਾ ਦੀ ਐਪਲੀਕੇਸ਼ਨ 'ਚ ਦੇਖਣਾ ਚਾਹੁੰਦਾ ਹੈ, ਉਹ ਚੀਜ਼ ਤੁਸੀਂ ਉਹਨੂੰ ਦਿਖਾ ਰਹੇ ਹੋ, ਤੁਹਾਨੂੰ ਵੀਜ਼ਾ ਮਿਲ ਜੂਗਾ। ਮੇਰੇ ਕੋਲ ਬਹੁਤ ਕੁਐਸਚਨ ਆਉਂਦੇ ਨੇ ਕਿ ਜੀ ਮੇਰੇ 7.5 ਬੈਂਡ ਨੇ, ਇੱਕ 'ਚ ਮੇਰੇ 5.5 ਰਹਿ ਗਏ, ਕੀ ਮੈਨੂੰ ਵੀਜ਼ਾ ਮਿਲ ਜੂਗਾ? ਮੇਰਾ ਆਨਸਰ ਹੁੰਦਾ ਹੈ ਯੈਸ, ਕਿ ਤੁਹਾਨੂੰ ਵੀਜ਼ਾ ਮਿਲ ਜੂਗਾ, ਕਿਉਂਕਿ ਜੇ ਤੁਹਾਡੀ ਫਾਈਲ ਨੂੰ ਸਹੀ ਰਿਪਰੈਜ਼ੈਂਟ ਕਰਾਂਗੇ, ਵੀਜ਼ਾ ਤੁਹਾਨੂੰ ਵੀਜ਼ਾ ਅਫਸਰ ਨੇ ਦੇ ਦੇਣਾ। ਬਿਲਕੁਲ ਜੀ, ਬਿਲਕੁਲ। ਸੋ ਆਈ ਹੋਪ ਧਿਆਨ ਦੇ ਨਾਲ ਤੁਸੀਂ ਇਸ ਵੀਡੀਓ ਨੂੰ ਸੁਣਿਆ ਹੋਵੇਗਾ। ਦੁਬਾਰਾ ਸੁਣੋ, ਜੇਕਰ ਕੋਈ ਡਾਊਟ ਰਹਿ ਗਏ ਨੇ, ਮਨ ਦੇ ਵਿੱਚ ਸਵਾਲ ਨੇ, ਤੁਸੀਂ ਕਾਲ ਕਰੋ ਆਈ ਵੀਜ਼ਾ ਨੂੰ। ਨੰਬਰ ਜਿਹੜੇ ਨੇ ਉਹ ਫਲੈਸ਼ ਹੋ ਹੀ ਰਹੇ ਨੇ। ਸੋ ਸਵਾਲ ਜਿਹੜੇ ਉਹ ਜ਼ਰੂਰ ਪੁੱਛਿਆ ਕਰੋ। ਅੱਜ ਅਸੀਂ ਆਲਮੋਸਟ ਜਿਹੜੀ ਡਰ ਸੀਗਾ ਬੱਚਿਆਂ ਨੂੰ, ਚਾਹੇ ਉਹ ਪੈਕੇਜ ਨੂੰ ਲੈ ਕੇ ਗੱਲ ਕੀਤੀ ਹੈਗੀ ਆ, ਚਾਹੇ ਨਾਨ ਐਸਟੀਐਸ ਦੇ ਵਿੱਚ ਬੱਚਿਆਂ ਨੂੰ ਕਨਫਿਊਜ਼ਨ ਸੀ, ਉਹਨੂੰ ਲੈ ਕੇ ਗੱਲ ਕੀਤੀ। ਆਲਮੋਸਟ ਬੱਚਿਆਂ ਦੇ ਸਵਾਲ ਜਿਹੜੇ ਅਸੀਂ ਪੁੱਛਣ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਦੇ ਜਵਾਬ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਦੇ ਆ। ਸੋ ਬਾਕੀ ਜੇ ਅੱਗੇ ਤੁਹਾਡੇ ਤੇ ਡਿਪੈਂਡ ਹੈ, ਜਿਵੇਂ ਕਹਿੰਦੇ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੁੰਦੀ ਹੈ, ਉਹਦੇ ਤੁਸੀਂ ਰਿਸਰਚ ਕਰਨੀ ਆ। ਹੁਣ ਠੱਗੀ ਵੱਜ ਸਕਦੀ ਹੈ, ਜੇ 10 ਦੇ ਵਿੱਚੋਂ ਇੱਕ ਅੱਧਾ ਬੰਦਾ ਇੱਦਾਂ ਦਾ ਹੋ ਸਕਦਾ ਹੈ, ਇੱਕ ਕੰਪਨੀ ਗਲਤ ਹੋ ਸਕਦੀ ਹੈ, ਪਰ ਤੁਸੀਂ ਰਿਸਰਚ ਕੀ ਕੀਤੀ ਹੈਗੀ ਹੈ, ਉਸ ਦੇ ਸਿਰ ਤੇ ਹੀ ਤੁਸੀਂ ਜਿਹੜਾ ਉਹ ਆਪਣਾ ਫਿਊਚਰ ਸੈੱਟ ਕਰ ਸਕਦੇ ਹੋ। ਸੋ ਥੈਂਕ ਯੂ ਸੋ ਮਚ ਸੁਖਵਿੰਦਰ ਜੀ। ਥੈਂਕ ਯੂ।